ਅੱਜ ਇਹ ਸਿਰ ਚਮੂਤਨ ਦੀ ਘਟਨਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ कि इस मुल्क के अंदर एकसार सिविल कोड लागू नहीं होना। ਇਹਦੇ ਵਿੱਚ ਭਾਜਪਾ ਦਾ ਇਹ ਲੌਜਿਕ ਆ, ਹੋਰ ਕੁਝ ਬੁੱਧੀਜੀਵੀ ਵਰਗ ਵੀ ਇਹ ਕਹਿ ਰਿਹਾ ਕਿ ਇਹ ਤਾਂ ਅਗਾਂਹ ਵਧੂ ਕਾਨੂੰਨ ਆ, ਇਹ ਲਾਗੂ ਹੋਣਾ ਚਾਹੀਦਾ। इस मुल्क के अंदर सारिਆਂ ਨੂੰ ਇੱਕੋ ਜਿਹੀ ਰੋਟੀ ਮਿਲਣੀ ਚਾਹੀਦੀ ਹੈ, ਇੱਕੋ ਜਿਹੀ ਰੋਜੀ ਮਿਲਣੀ ਚਾਹੀਦੀ ਹੈ, ਇੱਕੋ ਜਿਹਾ ਘਰ ਮਿਲਣਾ ਚਾਹੀਦਾ। ਸਿੱਖਿਆ ਜਿਹੜੀ ਹੈ ਉਹਨਾਂ ਦਾ ਸਾਰਿਆਂ ਦਾ ਬਰਾਬਰ ਦਾ ਹੱਕ ਹੈ, ਸਿਹਤ ਸੇਵਾਵਾਂ ਦਾ ਬਰਾਬਰ ਦਾ ਹੱਕ ਹੈ। ਉਹਦੇ ਅੰਦਰ ਤਾਂ ਇਹ ਵੀ ਦਰਜ ਹੈ ਕਿ ਤੁਸੀਂ ਅਮੀਰ ਤੇ ਗਰੀਬ ਦਾ ਪਾੜਾ ਖਤਮ ਕਰੋਗੇ। 70 ਲੱਖ ਅਮੀਰ ਹੈ ਜਿਹੜੇ, ਉਹਨਾਂ ਕੋਲ 80 ਕਰੋੜ ਗਰੀਬਾਂ ਦੇ ਬਰਾਬਰ ਦੀ ਦੌਲਤ ਹੈ। ਤੁਸੀਂ ਇਹਨੂੰ ਖਤਮ ਤਾਂ ਕਰਦੇ ਨਹੀਂ, ਤੁਸੀਂ ਇਹ ਕਾਨੂੰਨ ਲਾਗੂ ਕਰਕੇ ਇਕਸਾਰ ਤੱਕ ਕਿਵੇਂ ਲਿਆਓਗੇ? ਇਹ ਬਹੁ ਕੌਮੀ ਮੁਲਕ ਹੈ, ਬਹੁ ਭਾਸ਼ਾਈ ਮੁਲਕ ਹੈ, ਬਹੁਤ ਸੱਭਿਆਚਾਰਕ ਮੁਲਕ ਹੈ। ਇੱਥੇ 570 ਦੇ ਕਰੀਬ ਹੈ ਜਿਹੜੀਆਂ ਕਬੀਲੇ ਤੇ ਜਨਜਾਤੀਆਂ ਨੇ, ਜਿਹੜੀਆਂ ਜੰਗਲਾਂ ਦੇ ਵਿੱਚ ਰਹਿੰਦੀਆਂ, ਜਿਹੜੀਆਂ ਪਹਾੜਾਂ ਤੇ ਰਹਿੰਦੀਆਂ। ਬੀਜੇਪੀ ਨੂੰ ਫਿਰ ਫਾਇਦਾ ਕੀ ਆ ਇਹ ਲਾਗੂ ਕਰਨ ਦੇ ਵਿੱਚ? ਜਿਵੇਂ ਆਪਾਂ ਨੂੰ ਸਾਰੇ ਇਹ ਕਹਿੰਦੇ ਵੀ ਉਹ ਪਛਾਖੜੀ ਆ, ਉਹ ਉਹਨਾਂ ਨੇ ਸਾਰਾ ਦੇਸ਼ ਦਾ ਸਰਮਾਇਆ, ਦੇਸ਼ ਦੇ ਸਾਰੀ ਪੈਦਾਵਾਰ ਦੇ ਸੰਸਾਧਨ ਉਹ ਤਾਂ ਅੰਬਾਣੀ ਅਡਾਣੀ ਦੇ ਕਬਜ਼ੇ 'ਚ ਕਰ ਦਿੱਤੇ ਹੈ, ਵੱਡੇ ਕਾਰਪੋਰੇਟਾਂ ਦੇ ਕਬਜ਼ੇ 'ਚ ਕਰ ਦਿੱਤੇ ਹੈ। ਤੇ ਤੁਸੀਂ ਸਿਵਲ ਕੋਡ ਲਾਗੂ ਕਰਕੇ ਅੱਜ ਦੇਸ਼ ਦੇ ਅੰਦਰ ਇਸ ਗੱਲ ਦਾ ਸੱਦਾ ਦੇ ਰਹੇ ਹੋ ਆਮ ਘੱਟ ਗਿਣਤੀਆਂ ਨੂੰ ਕਿ ਤੁਹਾਨੂੰ ਇਸ ਧਰਤੀ ਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਹਨਾਂ ਦੀ ਇਹ ਮਜਬੂਰੀ ਹੈ ਕਿ ਇਸ ਕਾਨੂੰਨ ਨੂੰ ਲਾਗੂ ਕਰਕੇ ਅਸੀਂ ਬਾਕੀ ਸਾਰੇ ਜਿਹੜੇ ਘੱਟ ਗਿਣਤੀ ਧਰਮ ਨੇ, ਜਿਹੜੀਆਂ ਜਨਜਾਤੀਆਂ ਨੇ, ਜਿਹੜੇ ਕਬੀਲੇ ਨੇ, ਜਿਹੜੇ ਛੋਟੇ ਵੱਖ-ਵੱਖ ਜੰਗਲਾਂ ਦੇ ਅੰਦਰ ਰਹਿੰਦੇ ਆਦੀਵਾਸੀ ਨੇ, ਉਹਨਾਂ ਨੂੰ ਇੱਕ ਰੱਸੇ ਦੇ ਵਿੱਚ ਦੀ, ਇੱਕ ਸੂਈ ਦੇ ਨੱਕੇ ਦੇ ਵਿੱਚ ਦੀ ਲੰਘਾਵਾਂਗੇ। ਕਿ ਦੇਸ਼ ਦੇ ਹਾਲਾਤ ਅੱਜ ਇਜਾਜ਼ਤ ਨਹੀਂ ਦਿੰਦੇ ਕਿ ਤੁਸੀਂ ਇੱਕਸਾਰ ਸਿਵਲ ਕੋਡ ਆ ਜਿਹੜਾ ਦੇਸ਼ ਦੇ ਅੰਦਰ ਲਾਗੂ ਕਰੋ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਸਰਕਾਰ ਜਦੋਂ ਵੀ ਕੋਈ ਫੈਸਲਾ ਲੈਂਦੀ ਆ ਦੇਸ਼ ਦੇ ਵਿੱਚ ਤਾਂ ਉਹਦਾ ਅਸਰ ਲੋਕਾਂ ਤੇ ਵੱਡੇ ਰੂਪ ਦੇ ਵਿੱਚ ਪੈਂਦਾ ਹੀ ਪੈਂਦਾ। ਉਹ ਫੈਸਲਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਉਹਦਾ ਅਸਰ ਲੋਕਾਂ ਤੇ ਪੈਣਾ ਹੀ ਪੈਣਾ। ਤੇ ਜੇਕਰ ਸਰਕਾਰ ਦੇ ਫੈਸਲਿਆਂ ਤੇ ਚਰਚਾ ਨਾ ਹੋਵੇ ਤਾਂ ਇਹਦਾ ਮਤਲਬ ਕੀ ਆ ਕਿ ਅਸੀਂ ਉਸ ਪੱਧਰ ਤੱਕ ਪਹੁੰਚ ਨਹੀਂ ਸਕੇ, ਸਾਡਾ ਮਸਲੇ ਵੱਲ ਧਿਆਨ ਨਹੀਂ। ਜਦੋਂ ਵੀ ਕੋਈ ਫੈਸਲਾ ਹੁੰਦਾ ਤਾਂ ਲਾਜ਼ਮੀ ਉੱਤੇ ਗੱਲ ਕਰਨੀ ਜ਼ਰੂਰੀ ਹੁੰਦੀ ਆ। ਜੇਕਰ ਵਿਰੋਧ ਕਰਨ ਵਾਲਾ ਤਾਂ ਉਹਦਾ ਵਿਰੋਧ ਕਰਨਾ ਜ਼ਰੂਰੀ ਆ। ਜੇ ਲੱਗਦਾ ਵੀ ਸਹੀ ਆ ਤਾਂ ਉਹਨੂੰ ਸਹੀ ਕਹਿਣਾ ਵੀ ਠੀਕ ਆ। ਤਾਂ ਅੱਜ ਆਪਾਂ ਗੱਲਬਾਤ ਕਰਾਂਗੇ ਯੂਨੀਫਾਰਮ ਸਿਵਲ ਕੋਡ ਬਾਰੇ। ਕਾਫੀ ਟਾਈਮ ਦੀ ਚਰਚਾ ਠੰਡੀ ਚੱਲ ਰਹੀ ਆ ਤੇ ਹੁਣ ਲੱਗਦਾ ਕਾਫੀ ਗਰਮਾ ਗਿਆ ਮਾਹੌਲ। ਆਪਾਂ ਗੱਲਬਾਤ ਕਰਾਂਗੇ, ਸਾਡੇ ਨਾਲ ਇਨਕਲਾਬੀ ਕੇਂਦਰ ਤੋਂ ਕਮਲਜੀਤ ਖੰਨਾ ਜੀ ਨੇ। ਖੰਨਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਆਪਾਂ ਪਹਿਲਾਂ ਵੀ ਗੱਲਾਂ ਬਾਤਾਂ ਕੀਤੀਆਂ ਜੀ ਕੁਝ ਪੋਲੀਟੀਕਲੀ, ਤੇ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਹੈਗੀ ਯੂਨੀਫਾਰਮ ਸਿਵਲ ਕੋਡ ਬਾਰੇ। ਕਾਫੀ ਚਰਚਾ ਦੇ ਵਿੱਚ ਆ, ਤਾਂ ਪਹਿਲਾਂ ਤਾਂ ਆਪਾਂ ਇਹਨੂੰ ਜਾਣੀਏ ਜੀ, ਕੀ ਆ ਯੂਨੀਫਾਰਮ ਸਿਵਲ ਕੋਡ? ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਇਸ ਦੇਸ਼ ਦੇ ਅੰਦਰ ਇੱਕਸਾਰ ਕਾਨੂੰਨ ਲਾਗੂ ਕਰਨਾ ਹੈ ਸਿਵਲ ਖੇਤਰ ਦੇ ਅੰਦਰ। ਇਹਦੇ ਸੰਬੰਧ 'ਚ 9 ਦਸੰਬਰ 2022 ਨੂੰ ਰਾਜ ਸਭਾ ਦੇ ਅੰਦਰ ਬੀਜੇਪੀ ਦੇ ਇੱਕ ਪ੍ਰਾਈਵੇਟ ਮੈਂਬਰ ਕਰੋੜੀ ਲਾਲ ਮੀਨਾ ਨੇ ਇਹਦੇ ਸੰਬੰਧ 'ਚ ਆਪ ਦਾ ਮਸੌਦਾ ਰੱਖਿਆ ਸੀ। ਅਤੇ ਉਸਨੇ ਇਹ ਗੱਲ ਜਦੋਂ ਰਾਜ ਸਭਾ ਦੇ ਵਿੱਚ ਰੱਖੀ ਸੀ ਕਿ ਇਸ ਦੇਸ਼ ਦੇ ਵਿੱਚ ਇੱਕਸਾਰ ਕਾਨੂੰਨ ਜਿਹੜਾ ਹੋਣਾ ਚਾਹੀਦਾ, ਤਾਂ ਉਹਦਾ ਵਿਰੋਧੀ ਪਾਰਟੀਆਂ ਨੇ ਬਹੁਤ ਡਟ ਕੇ ਵਿਰੋਧ ਕੀਤਾ ਸੀ। ਪਰ ਜਿਸ ਦਿਨ ਉਹਨੇ ਰਾਜ ਸਭਾ ਦੇ ਅੰਦਰ ਇਹ ਮਸੌਦਾ ਰੱਖਿਆ, ਆਪਦੀ ਇਹ ਰਾਏ ਰੱਖੀ ਲਿਖਤੀ ਤੌਰ 'ਤੇ, ਤਾਂ ਉਸ ਦਿਨ ਵਿਰੋਧੀ ਮੈਂਬਰਾਂ ਦੀ ਗਿਣਤੀ ਰਾਜ ਸਭਾ ਦੇ ਵਿੱਚ ਕਾਫੀ ਘੱਟ ਸੀ। 63-23 ਦੇ ਨਾਲ ਉਹਨਾਂ ਨੇ ਇਸ ਮਸੌਦੇ ਨੂੰ ਵਿਚਾਰਨ ਦੇ ਲਈ ਮਤਾ ਜਿਹੜਾ ਪਾਸ ਕਰਵਾ ਲਿਆ। ਕਾਫੀ ਦੇਰ ਤੋਂ ਇਹ 'ਤੇ ਚਰਚਾ ਚੱਲ ਰਹੀ ਸੀ। ਹੁਣ ਕਿਉਂਕਿ 2024 ਦੀਆਂ ਇਲੈਕਸ਼ਨਾਂ ਨੇੜੇ ਨੇ, ਭਾਜਪਾ ਜਦੋਂ ਦੀ ਪਾਵਰ 'ਚ ਆਈ ਹੈ, ਸੱਤਾ 'ਚ ਆਈ ਹੈ, ਅੱਜ 9 ਸਾਲ ਹੋ ਗਏ। 2014 'ਚੋਂ ਪਾਵਰ 'ਚ ਆਈ ਸੀ, ਫਿਰ 2019 'ਚੋਂ ਪਾਵਰ 'ਚ ਆਈ, ਹੁਣ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਉਹਨਾਂ ਦੇ ਅੰਦਰ ਉਹਨੇ
3 ਮੁੱਦਿਆਂ ਤੇ ਆਪਦੀ ਵੋਟ ਬੈਂਕ ਹੈ ਜਿਹੜਾ ਉਹਨੂੰ ਪੱਕਾ ਕਰਨਾ। 2 ਮੁੱਦੇ ਜਿਹੜੇ ਉਹਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਲੋਕਾਂ ਨੂੰ ਆਪਦੇ ਮਗਰ ਲਾਉਣ ਦੇ ਲਈ ਪ੍ਰਚਾਰਿਤ ਕੀਤੇ ਸੀ, ਉਹਨਾਂ 'ਚੋਂ ਇੱਕ ਸੀ ਧਾਰਾ 370 35 ਤੋੜ ਕੇ ਕਸ਼ਮੀਰ ਦੇ ਵਿੱਚੋਂ ਜਿਹੜਾ ਪੂਰਨ ਰਾਜ ਦਾ ਦਰਜਾ ਉਹ ਖ਼ਤਮ ਕਰਨਾ। ਹਾਲਾਂਕਿ ਕਸ਼ਮੀਰੀ ਲੋਕ ਵਰ੍ਹਿਆਂ ਤੋਂ 1947 ਤੋਂ ਪਹਿਲਾਂ ਤੋਂ ਹੀ ਮੰਗ ਕਰ ਰਹੇ ਸੀ ਕਿ ਕਸ਼ਮੀਰ ਹੈ ਜਿਹੜਾ ਇਹ ਆਜ਼ਾਦ ਮੁਲਕ ਹੋਣਾ ਚਾਹੀਦਾ, ਪਰ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਗੋਲੀ ਦੇ ਨਾਲ ਬਰੂਦ ਦੇ ਨਾਲ ਦਬਾ ਕੇ ਉਹਨਾਂ ਨੇ ਧਾਰਾ 370 ਤੋੜ ਕੇ ਇਹ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਹਿੰਦੂ ਮੈਜੋਰਟੀ ਇਸ ਮੁਲਕ ਦੇ ਅੰਦਰ ਇਹ ਮਹਿਸੂਸ ਕਰੇ ਕਿ ਮੋਦੀ ਸਰਕਾਰ ਹੈ ਜਿਹੜੀ ਉਹ ਵਿਸ਼ੇਸ਼ ਹੱਕ ਖਾਸ ਤੌਰ 'ਤੇ ਕਸ਼ਮੀਰੀਆਂ ਦੇ ਜਿਹੜੇ ਸੀ ਉਹਨਾਂ ਨੂੰ ਤੋੜ ਕੇ ਉਸ ਰਾਜ ਦੇ ਅੰਦਰ ਬਾਹਰਲੇ ਪ੍ਰਦੇਸ਼ਾਂ ਦੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਉੱਥੇ ਜਾਇਦਾਦ ਬਣਾਉਣ ਦਾ, ਕੰਮਕਾਰ ਤੋਰਨ ਦਾ, ਘਰ ਬਣਾਉਣ ਦਾ ਜਿਹੜਾ ਹੱਕ ਆ ਉਹ ਜਿਹੜਾ ਦੇ ਰਹੀ ਹੈ। ਦੂਸਰਾ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਰਾਮ ਮੰਦਰ ਬਣਾਇਆ ਜਾਊਗਾ ਬਾਬਰੀ ਮਸਜਿਦ ਢਾਹ ਕੇ। ਉਹਦੇ ਬਾਰੇ ਪੂਰਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਕਿ ਬਾਬਰੀ ਮਸਜਿਦ ਉੱਥੇ ਹੈ ਨਹੀਂ ਸੀ, ਕੋਰਟ ਰਾਹੀਂ ਇਹ ਐਲਾਨ ਕਰਵਾਇਆ ਗਿਆ। ਉੱਥੇ ਰਾਮ ਮੰਦਰ ਸੀ, ਰਾਮ ਲੱਲਾ ਦੀ ਜਨਮ ਭੂਮੀ ਸੀ। ਹਾਲਾਂਕਿ ਇਤਿਹਾਸਕ ਤੌਰ 'ਤੇ ਜਾਂ ਤੱਥਾਂ ਦੇ ਤੌਰ 'ਤੇ ਇਹ ਗੱਲ ਅਜੇ ਤੱਕ ਵੀ ਸਾਬਤ ਨਹੀਂ ਹੋਈ ਕਿ ਉੱਥੇ ਰਾਮ ਚੰਦਰ ਜੀ ਕਦੇ ਪੈਦਾ ਹੋਏ ਸੀ ਜਾਂ ਰਾਮ ਚੰਦਰ ਨੇ ਉੱਥੇ ਆ ਕੇ ਆਪ ਦਾ ਬਚਪਨ ਹੈ ਜਿਹੜਾ ਉਹ ਕੱਢਿਆ ਸੀ। ਪਰ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਬਣਾਇਆ। ਉਹ ਰਾਮ ਮੰਦਰ ਨੂੰ ਪ੍ਰਚਾਰਿਤ ਕਰਕੇ ਦੇਸ਼ ਦੇ ਅੰਦਰ ਇੱਕ ਵਾਰ ਫਿਰ ਹਿੰਦੂ ਵੋਟਾਂ ਜਿਹੜੀਆਂ ਉਹਨਾਂ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਤੀਜਾ ਜਿਹੜਾ ਦਾ ਇਸ ਤੋਂ ਪਹਿਲਾਂ ਉਹਨਾਂ ਨੇ ਖੇਡਿਆ ਸੀ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ CAA। ਉਹਦੇ ਲਈ ਉਹਨਾਂ ਨੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ ਬਣਾਉਣਾ ਸੀ। ਉਹਦੇ 'ਚ ਘੱਟ ਗਿਣਤੀਆਂ ਨੂੰ ਇਸ ਦੇਸ਼ 'ਚੋਂ ਬਾਹਰ ਕੱਢਣਾ ਸੀ। ਦਾਦਿਆਂ ਪੜਦਾਦਿਆਂ ਦੇ ਜਨਮ ਤਰੀਕ ਦੇ ਸਬੂਤ ਲੈ ਕੇ ਉਹਨਾਂ ਨੇ ਇਸ ਦੇਸ਼ ਦੇ ਵਿੱਚੋਂ ਘੱਟ ਗਿਣਤੀ ਮੁਸਲਮਾਨਾਂ, ਸਿੱਖਾਂ, ਈਸਾਈਆਂ ਨੂੰ ਇੱਕ ਤਰ੍ਹਾਂ ਦੇ ਨਾਲ ਇਸ ਦੇਸ਼ ਦੇ ਵਾਸੀ ਨਹੀਂ ਸੀ ਰਹਿਣ ਦੇਣਾ, ਜਿਹਦਾ ਕਿ ਡਟ ਕੇ ਵਿਰੋਧ ਹੋਇਆ। ਔਰ ਖ਼ਾਸ ਤੌਰ 'ਤੇ ਸ਼ਹੀਨ ਬਾਗ ਦਾ ਇਤਿਹਾਸ ਉਹ ਦੁਨੀਆ ਦੇ ਸਾਹਮਣੇ ਹੈ। ਦੇਸ਼ ਵਿਦੇਸ਼ ਦੇ ਅੰਦਰ ਇਹਦੇ ਖਿਲਾਫ ਬਹੁਤ ਵੱਡਾ ਵਿਰੋਧ ਹੋਇਆ ਔਰ ਕਿਸਾਨ ਅੰਦੋਲਨ ਦੇ ਚੜ੍ਹਾਈ ਕਾਰਨ ਇਹ ਬਕਾਇਦਾ ਲਾਗੂ ਨਹੀਂ ਹੋ ਸਕਿਆ। ਇਹ ਕਿਸਾਨ ਅੰਦੋਲਨ ਦੀ ਪ੍ਰਾਪਤੀ ਹੈ। ਪਰ ਨਾਗਰਿਕਤਾ ਸੋਧ ਕਾਨੂੰਨ ਉਹ ਲਾਗੂ ਕਰਨਾ ਚਾਹੁੰਦੇ ਹੈ ਔਰ ਇਸ ਦੇ ਆਧਾਰ 'ਤੇ ਵੀ ਉਹ ਹਿੰਦੂ ਵੋਟ ਬੈਂਕ ਹੈ ਜਿਹੜਾ ਉਹਨੂੰ ਪੱਕਾ ਕਰਨਾ ਚਾਹੁੰਦੇ ਆ। ਹੁਣ ਜਿਹੜਾ ਇੱਕਸਾਰ ਸਿਵਲ ਕੋਡ ਉਹਨਾਂ ਨੇ ਲਾਗੂ ਕਰਨ ਦਾ ਜਿਹੜਾ ਕੀਤਾ ਪਿਛਲੇ ਦਿਨਾਂ 'ਚ ਮੱਧ ਪ੍ਰਦੇਸ਼ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬੋਲਦਿਆਂ ਇਹ ਗੱਲ ਕਹੀ ਹੈ ਕਿ ਇੱਕ ਦੇਸ਼ ਦੇ ਵਿੱਚ ਕੀ 2 ਕਾਨੂੰਨ ਲਾਗੂ ਹੋ ਸਕਦੇ ਆ? ਕੀ ਇੱਕ ਘਰ ਦੇ ਵਿੱਚ 2 ਕਾਨੂੰਨ ਲਾਗੂ ਹੋ ਸਕਦੇ ਆ? ਪੁੱਛਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇਹ ਦੇਸ਼ ਇਹ ਕੌਮਾਂ ਦੀ ਜੇਲ੍ਹ ਹੈ? ਇਹ ਬਹੁ ਕੌਮੀ ਮੁਲਕ ਹੈ, ਬਹੁ ਭਾਸ਼ਾਈ ਮੁਲਕ ਹੈ, ਬਹੁ ਸੱਭਿਆਚਾਰਕ ਮੁਲਕ ਹੈ। ਇੱਥੇ 570 ਦੇ ਕਰੀਬ ਹੈ ਜਿਹੜੀਆਂ ਕਬੀਲੇ ਅਤੇ ਜਨਜਾਤੀਆਂ ਨੇ, ਜਿਹੜੀਆਂ ਜੰਗਲਾਂ ਦੇ ਵਿੱਚ ਰਹਿੰਦੀਆਂ, ਜਿਹੜੀਆਂ ਪਹਾੜਾਂ 'ਤੇ ਰਹਿੰਦੀਆਂ, ਵਾਦੀਆਂ 'ਚ ਰਹਿੰਦੀਆਂ। ਔਰ ਅੱਜ ਮੋਦੀ ਸਰਕਾਰ ਦੇ ਸਾਹਮਣੇ ਵੀ ਇਹ ਸਵਾਲ ਖੜ੍ਹਾ ਹੋ ਗਿਆ ਕਿਉਂਕਿ ਉੱਤਰਾਖੰਡ ਦਾ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਜਦੋਂ ਜਾ ਕੇ ਇਸ ਗੱਲ 'ਤੇ ਬਿਆਨਬਾਜ਼ੀ ਕਰਦਾ ਤਾਂ ਉਹਨੂੰ ਵੀ ਕਹਿਣਾ ਪਿਆ ਕਿ ਅਸੀਂ ਮੇਘਾਲਿਆ ਨੂੰ, ਅਸੀਂ ਤ੍ਰਿਪੁਰਾ ਨੂੰ, ਅਸੀਂ ਨਾਗਾਲੈਂਡ ਨੂੰ, ਅਸੀਂ ਮਿਜ਼ੋਰਮ ਨੂੰ ਇਸ ਗੱਲ ਦੀ ਛੋਟ ਦੇਵਾਂਗੇ, ਉੱਥੇ ਕਾਨੂੰਨ ਲਾਗੂ ਨਹੀਂ ਹੋਊਗਾ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਸੱਚਾਈ ਇਸ ਗੱਲ ਦਾ ਇਲਹਾਮ ਹੋਇਆ ਕਿਉਂਕਿ ਉਹਨਾਂ ਰਾਜਾਂ ਦੇ ਅੰਦਰ ਉੱਥੋਂ ਦੀਆਂ ਪਾਰਟੀਆਂ ਨੇ ਔਰ ਖ਼ਾਸ ਤੌਰ 'ਤੇ ਜਿਹੜੀਆਂ ਪਾਰਟੀਆਂ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਹੈ ਉਹਨਾਂ ਨੇ ਪੂਰੇ ਜ਼ੋਰ ਨਾਲ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਮਲਟੀ ਡਾਇਮੈਂਸ਼ਨਲ, ਮਲਟੀ ਲੇਅਰ ਸਾਡੇ ਦੇਸ਼ ਦੇ ਅੰਦਰ, ਜਿਹੜਾ ਸਾਡੇ ਸੂਬਿਆਂ ਦੇ ਅੰਦਰ ਤੁਸੀਂ ਇਹ ਕਾਨੂੰਨ ਲਾਗੂ ਕਰੋਗੇ ਤਾਂ ਇਹਦੇ ਬਹੁਤ ਮਾੜੇ ਅਸਰ ਹੈ ਜਿਹੜੇ ਉਹ ਜਾਣਗੇ ਅਤੇ ਭਾਜਪਾ ਇਸ ਗੱਲ ਦੇ ਵਿੱਚ ਸਾਡੇ ਇਹਨਾਂ ਸੂਬਿਆਂ ਦੇ ਵਿੱਚ ਫੇਲ ਸਾਬਤ ਹੋਊਗੀ। ਇਹਦੇ ਵਿੱਚ ਭਾਜਪਾ ਦਾ ਇਹ ਲੌਜਿਕ ਆ, ਹੋਰ ਕੁਛ ਬੁੱਧੀਜੀਵੀ ਵਰਗ ਵੀ ਇਹ ਕਹਿ ਰਿਹਾ ਕਿ ਇਹ ਤਾਂ ਅਗਾਂਹ ਵਧੂ ਕਾਨੂੰਨ ਆ, ਇਹ ਲਾਗੂ ਹੋਣਾ ਚਾਹੀਦਾ, ਤਾਂ ਕਿਉਂ ਇਹਦਾ ਵਿਰੋਧ ਹੋ ਰਿਹਾ?
ਦੇਖੋ, ਸੰਵਿਧਾਨ ਦਾ ਜਿਹੜਾ ਡਾਇਰੈਕਟਿਵ ਪ੍ਰਿੰਸੀਪਲਸ ਨੇ, ਨਿਰਦੇਸ਼ਕ ਜਿਹੜਾ ਉਹਦੇ 'ਚ ਧਾਰਾਵਾਂ ਦਰਜ ਕੀਤੀਆਂ ਨੇ, ਉਹਦੀ 45 ਇਹ ਧਾਰਾ ਦੇ ਵਿੱਚ ਇਹ ਦਰਜ ਹੈ ਕਿ ਇਸ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਹੌਲੀ ਹੌਲੀ, ਜਿਹੜਾ ਕਿ ਇਸ ਮੁਲਕ ਦੇ ਅੰਦਰ ਇੱਕ ਸਾਂਝਾ ਸਿਵਲ ਕੋਡ, ਠੀਕ ਹੈ, ਇੱਕ ਯੂਨੀਫਾਰਮ ਸਿਵਲ ਕੋਡ ਹੈ ਜਿਹੜਾ ਉਹ ਲਾਗੂ ਕਰੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਠੀਕ ਹੈ ਤੁਸੀਂ ਕਰਦੇ ਹੋ, ਕਿਉਂਕਿ ਬਹੁਤੇ ਜਿਹੜੇ ਸੱਭਿਆਚਾਰ ਨੇ ਜਾਂ ਬਹੁਤੇ ਜਿਹੜੇ ਧਾਰਮਿਕ ਮਰਿਆਦਾਵਾਂ ਨੇ, ਉਹਨਾਂ 'ਚ ਕਾਫੀ ਪਿਛਾਖੜੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਅੱਜ ਦੇ ਸਮਾਜ ਦੇ ਵਿੱਚ ਜਿਨ੍ਹਾਂ ਦੀ ਕੋਈ ਮਾਨਤਾ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿਵਲ ਸੁਸਾਇਟੀ ਕਾਫੀ ਐਡਵਾਂਸ ਹੋ ਚੁੱਕੀ ਹੈ। ਉਹਨਾਂ ਨੂੰ ਤੁਸੀਂ ਬਦਲ ਸਕਦੇ ਹੋ, ਠੀਕ ਹੈ, ਚਾਹੇ ਉਹ ਮੁਸਲਿਮ ਜਿਹੜਾ ਉਹਨਾਂ ਦਾ ਮਰਿਆਦਾਵਾਂ ਨੇ, ਉਹਨਾਂ ਦੀਆਂ ਧਾਰਮਿਕ ਮਾਨਤਾਵਾਂ ਨੇ, ਚਾਹੇ ਕ੍ਰਿਸਚਨ ਦੀਆਂ ਧਾਰਮਿਕ ਮਾਨਤਾਵਾਂ ਨੇ। ਐਂ ਤਾਂ ਹਿੰਦੂ ਮਾਨਤਾਵਾਂ ਦੇ ਅੰਦਰ, ਹਿੰਦੂ ਮਰਿਆਦਾਵਾਂ ਦੇ ਅੰਦਰ ਕਾਫੀ ਕੁਛ ਹੈ ਜਿਹੜਾ ਉਹ ਬਹੁਤ ਪਿਛਾਖੜੀ ਹੈ, ਜਿਹੜਾ ਕਿ ਅੱਜ ਦੀ ਸੁਸਾਇਟੀ ਦੇ ਵਿੱਚ ਠੀਕ ਨਹੀਂ ਜਾਪਦਾ, ਨਹੀਂ ਲੱਗਦਾ। ਇਹਨੂੰ ਬਦਲਣ ਦੀ ਲੋੜ ਹੈ। ਪਰ ਇਹ ਮੁੱਦਾ ਕਾਨੂੰਨ ਦਾ ਮੁੱਦਾ ਨਹੀਂ ਹੈ, ਇਹ ਮੁੱਦਾ ਐਜੂਕੇਸ਼ਨ ਦਾ ਮੁੱਦਾ ਹੈ, ਇਹ ਮੁੱਦਾ ਲੋਕਾਂ ਨੂੰ ਚੇਤਨ ਕਰਨ ਦਾ ਮੁੱਦਾ ਹੈ, ਲੋਕਾਂ ਨੂੰ ਸਮਝਾਉਣ ਬੁਝਾਉਣ ਦਾ ਮੁੱਦਾ ਹੈ। ਇਹ ਧੱਕੇ ਵਾਲਾ ਮੁੱਦਾ ਨਹੀਂ ਹੈ। ਜੇ ਯਕਦਮ ਤੁਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰੋਗੇ ਔਰ ਲੋਕਾਂ ਨੂੰ, ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਮਾਨਸਿਕਤਾ ਨੂੰ, ਉਹਨਾਂ ਦੇ ਸਮਝ ਦੇ ਪੱਧਰ ਨੂੰ ਇਹਦੇ ਬਰਾਬਰ ਨਹੀਂ ਲੈ ਕੇ ਜਾਓਗੇ ਕਿ ਵੀ ਇਹਨਾਂ ਮਾਨਤਾਵਾਂ ਦੀ ਜਾਂ ਇਹਨਾਂ ਮਰਿਆਦਾਵਾਂ ਦੀ ਲੋੜ ਨਹੀਂ ਹੈ, ਤਾਂ ਲੋਕ ਵਿਰੋਧ ਕਰਨਗੇ। ਕਿਉਂਕਿ ਲੋਕ ਧਰਮ ਦੇ ਪੱਖ ਤੋਂ, ਆਪਣੀ ਜਾਤ ਦੇ ਪੱਖ ਤੋਂ ਕਾਫੀ ਕੱਟੜਤਾ 'ਚ ਨੇ, ਕਿਉਂਕਿ ਇਸ ਦੇਸ਼ ਦੇ ਅੰਦਰ ਹੁਣ ਤੱਕ ਹਾਲਾਤ ਇਹ ਬਣ ਗਏ ਕਿ 75 ਸਾਲ ਆਜ਼ਾਦੀ ਦੇ ਬੀਤ ਜਾਣ ਦੇ ਬਾਵਜੂਦ ਵੀ ਅੱਜ ਦਲਿਤਾਂ ਦੇ ਨਾਲ ਪਿੰਡਾਂ ਦੇ ਵਿੱਚ ਜੋ ਵਿਹਾਰ ਹੈ, ਅੱਜ ਮੁਸਲਮਾਨਾਂ ਦੇ ਨਾਲ ਜੋ ਪਿੰਡਾਂ 'ਚ ਵਿਹਾਰ ਹੈ, ਅੱਜ ਘੱਟ ਗਿਣਤੀਆਂ ਦੇ ਨਾਲ ਜੋ ਸਾਡੇ ਸਮਾਜ ਦੇ ਅੰਦਰ ਵਿਹਾਰ ਹੈ, ਉਹ ਤਾਂ ਅਸੀਂ ਬਦਲ ਨਹੀਂ ਸਕੇ। ਅੱਜ ਵੀ ਜੇ ਮੱਧ ਪ੍ਰਦੇਸ਼ ਦੇ ਸਿੰਧੀ ਜ਼ਿਲ੍ਹੇ ਦੇ ਅੰਦਰ ਇੱਕ ਆਦੀਵਾਸੀ ਦੇ ਸਿਰ ਦੇ ਵਿੱਚ ਮੂਤਿਆ ਜਾਂਦਾ ਹੈ ਇੱਕ BJP ਦੇ ਲੀਡਰ ਵੱਲੋਂ, ਤਾਂ ਤੁਸੀਂ ਇਹ ਸਮਝ ਸਕਦੇ ਹੋ ਕਿ ਇਸ ਮੁਲਕ ਦੇ ਅੰਦਰ ਉਹ ਸਮਾਂ ਸੀ, ਉਹ ਹਾਲਾਤ ਅੱਜ ਵੀ ਨੇ, ਉਹ ਭੇਦਭਾਵ, ਉਹ ਦਾਬਾ ਅੱਜ ਵੀ ਹੈ ਕਿ ਜਿਨ੍ਹਾਂ ਨੂੰ ਅਨਟੱਚੇਬਲ ਕਿਹਾ ਜਾਂਦਾ, ਅਛੂਤ ਕਿਹਾ ਜਾਂਦਾ, ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ, ਜਿਨ੍ਹਾਂ ਨੂੰ ਨੀਵੀਆਂ ਜਾਤਾਂ ਵਾਲੇ, ਕਮੀ ਕਮੀਨ ਕਿਹਾ ਜਾਂਦਾ, ਅੱਜ ਵੀ ਉਹਨਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ। ਅੱਜ ਵੀ ਉਹਨਾਂ ਦੇ ਸ਼ਮਸ਼ਾਨ ਘਾਟ, ਇੱਥੋਂ ਤੱਕ ਕਿ ਪੰਜਾਬ 'ਚ ਵੀ ਉਹਨਾਂ ਦੇ ਜਿਹੜੇ ਮਰਨੇ ਮਕਾਣੇ ਹੈ ਉਹ ਅੱਡ ਹੈ। ਅਤੇ ਕਈ ਘਟਨਾਵਾਂ ਐਂ ਵੀ ਬਹੁਤ ਅਗਾਂਹ ਵਧੂ ਸਿੱਖ ਧਰਮ ਦੇ ਗੁਰਦੁਆਰਿਆਂ ਦੇ ਵਿੱਚੋਂ ਕਈ ਵਾਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਆਪਣੇ ਘਰੇ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸੋ ਇਸ ਹਾਲਤ ਦੇ ਅੰਦਰ ਅੱਜ ਸਿਰ ਚਮੂਤਣ ਦੀ ਘਟਨਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਸ ਮੁਲਕ ਦੇ ਅੰਦਰ ਇੱਕਸਾਰ ਸਿਵਲ ਕੋਡ ਲਾਗੂ ਨਹੀਂ ਹੋਣਾ, ਇਹਦੀ ਆੜ ਦੇ ਅੰਦਰ ਮਨੂਵਾਦੀ ਸੋਚ ਲਾਗੂ ਹੋਣੀ ਹੈ। ਮਨੂਵਾਦੀ ਸੋਚ ਕੀ ਹੈ? ਉਹ ਸੋਚ ਹੈ ਕਿ ਔਰਤਾਂ ਨੂੰ ਵੀ, ਠੀਕ ਹੈ, ਉਹ ਇਹਦੇ ਨਾਲ ਜਿਹੜੇ ਦਲਿਤ ਨੇ, ਜਿਹੜੇ ਆਮ ਲੋਕ ਨੇ, ਉਹਨਾਂ ਨੂੰ ਇੱਕੋ ਰੱਸੇ 'ਚ ਲੰਘਾਉਂਦੇ ਹੈ, ਠੀਕ ਹੈ। ਉਹ ਮਨੂਵਾਦੀ ਸੋਚ ਅੱਜ ਵੀ ਅਨਟੱਚੇਬਲਸ ਦੇ ਨਾਲ, ਅੱਜ ਵੀ ਜਿਹੜੀਆਂ ਨੀਵੀਆਂ ਜਾਤਾਂ ਵਾਲੇ ਲੋਕ ਨੇ ਉਹਨਾਂ ਨੂੰ ਉਹੀ ਕਰਨਾ, ਉਹੀ ਨਫ਼ਰਤ ਅਤੇ ਉਸੇ ਮਾਨਸਿਕਤਾ ਦੇ ਨਾਲ ਉਹਨਾਂ ਦੇ ਨਾਲ ਵਿਹਾਰ ਕਰਦੇ ਹੈ। ਅਤੇ ਜਦੋਂ ਹਾਲਾਤ ਇਹ ਹੋਣ ਤਾਂ ਤੁਸੀਂ ਕਾਨੂੰਨ ਲਾਗੂ ਕਰਕੇ ਕੀ ਹਾਸਲ ਕਰਨਾ ਚਾਹੁੰਦੇ ਹੋ? ਇਸ ਕਾਨੂੰਨ ਦੇ ਅੰਦਰ ਇਹਨਾਂ ਨੇ ਜਿਹੜਾ ਹਵਾਲਾ ਦਿੱਤਾ ਡਾਇਰੈਕਟਿਵ ਪ੍ਰਿੰਸੀਪਲਸ ਦਾ, ਹੈ ਨਾ, ਉਸ ਡਾਇਰੈਕਟਿਵ ਪ੍ਰਿੰਸੀਪਲ ਦੇ ਅੰਦਰ ਦਰਜ ਤਾਂ ਇਹ ਵੀ ਹੈ ਕਿ ਇਸ ਮੁਲਕ ਦੇ ਅੰਦਰ ਸਾਰਿਆਂ ਨੂੰ ਇੱਕੋ ਜਿਹੀ ਰੋਟੀ ਮਿਲਣੀ ਚਾਹੀਦੀ ਹੈ, ਇੱਕੋ ਜਿਹੀ ਰੋਜੀ ਮਿਲਣੀ ਚਾਹੀਦੀ ਹੈ, ਇੱਕੋ ਜਿਹਾ ਘਰ ਮਿਲਣਾ ਚਾਹੀਦਾ। ਸਿੱਖਿਆ ਜਿਹੜੀ ਹੈ ਉਹਨਾਂ ਦਾ ਸਾਰਿਆਂ ਦਾ ਬਰਾਬਰ ਦਾ ਹੱਕ ਹੈ, ਸਿਹਤ ਸੇਵਾਵਾਂ ਦਾ ਬਰਾਬਰ ਦਾ ਹੱਕ ਹੈ। ਉਹਦੇ ਅੰਦਰ ਤਾਂ ਇਹ ਵੀ ਦਰਜ ਹੈ ਕਿ ਤੁਸੀਂ ਅਮੀਰ ਅਤੇ ਗਰੀਬ ਦਾ ਪਾੜਾ ਖਤਮ ਕਰੋਗੇ। ਅੱਜ ਮੁਲਕ ਦੇ ਅੰਦਰ ਹਾਲਤ ਤਾਂ ਇਹ ਹੈ ਨਾ ਕਿ 70 ਲੱਖ ਅਮੀਰ ਹੈ ਜਿਹੜੇ, ਉਹਨਾਂ ਕੋਲ 80 ਕਰੋੜ ਗਰੀਬਾਂ ਦੇ ਬਰਾਬਰ ਦੀ ਦੌਲਤ ਹੈ। ਤੁਸੀਂ ਇਹਨੂੰ ਖਤਮ ਤਾਂ ਕਰਦੇ ਨਹੀਂ, ਤੁਸੀਂ ਇਹ ਕਾਨੂੰਨ ਲਾਗੂ ਕਰਕੇ ਇਕਸਾਰਤਾ ਕਿਵੇਂ ਲਿਆਓਗੇ? ਇਕਸਾਰਤਾ ਤਾਂ ਥੱਲੇ ਜੜ੍ਹਾਂ ਤੋਂ ਸ਼ੁਰੂ ਕਰਨੀ ਪਊਗੀ ਨਾ। ਉਹ ਮੋਦੀ ਦਾ ਜਾਂ ਭਾਜਪਾ ਦਾ ਕੋਈ ਮੈਨੀਫੈਸਟੋ ਨਹੀਂ ਹੈ, ਕੋਈ ਉਹਨਾਂ ਦੀ ਸੋਚ ਨਹੀਂ ਹੈ। ਉਹਨਾਂ ਦੀ ਸੋਚ ਤਾਂ ਬਾਣੀ ਤੇ ਡਾਣੀ ਨੂੰ ਉੱਪਰ ਲੈ ਕੇ ਜਾਣ ਦੀ ਹੈ ਨਾ। ਉਹ ਤਾਂ ਉਹਨਾਂ ਨੇ ਸਾਰਾ ਦੇਸ਼ ਦਾ ਸਰਮਾਇਆ
ਦੇਸ਼ ਦੇ ਸਾਰੀ ਪੈਦਾਵਾਰ ਦੇ ਸੰਸਾਧਨ ਉਹ ਤਾਂ ਅੰਬਾਣੀ ਅਡਾਣੀ ਦੇ ਕਬਜ਼ੇ 'ਚ ਕਰ ਦਿੱਤੇ ਆ, ਵੱਡੇ ਕਾਰਪੋਰੇਟਾਂ ਦੇ ਕਬਜ਼ੇ 'ਚ ਕਰ ਦਿੱਤੇ ਆ। ਹੁਣ ਬਾਹਰ ਜਾ ਕੇ ਜਿਹੜੇ ਸੌਦੇ ਕਰਕੇ ਆਏ ਹੈ ਮੋਦੀ ਜੀ ਅਮਰੀਕਾ ਦੇ ਅੰਦਰ, ਉੱਥੋਂ ਦੇ ਕਾਰਪੋਰੇਟਾਂ ਦੇ ਨਾਲ, ਵੀ ਐਮਾਜੋਨ ਵੀ ਇੱਥੇ ਆ ਕੇ ਇੰਨਾ ਇਨਵੈਸਟ ਕਰੂਗੀ, ਇੱਥੇ ਫਲਿੱਪਕਾਰਟ ਵੀ ਆ ਕੇ ਇੰਨਾ ਇਨਵੈਸਟ ਕਰੂਗੀ, ਇੱਥੇ ਵੱਖ-ਵੱਖ ਉਹਨਾਂ ਦੀਆਂ ਕੰਪਨੀਆਂ ਆ ਕੇ ਪੈਸੇ ਲਾਉਣਗੀਆਂ। ਉਹ ਕੰਪਨੀਆਂ ਇੱਥੇ ਪੈਸੇ ਲਾ ਕੇ ਇਨਵੈਸਟ ਕਰਕੇ ਇੱਥੋਂ ਮੁਨਾਫਾ ਕਮਾ ਕੇ ਲੈ ਕੇ ਜਾਣਗੀਆਂ ਨਾ, ਠੀਕ ਹੈ, ਕਿਉਂਕਿ ਉਹ ਕੰਪਨੀਆਂ ਆ ਕੇ ਇੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਉਹ ਕੰਮ ਕਰਨਗੀਆਂ, ਉਹ ਰਿਮੋਟ ਲੈ ਕੇ ਆਉਣਗੀਆਂ, ਉਹ ਨਕਲੀ ਮਨੁੱਖ ਇੱਥੇ ਮਸ਼ੀਨੀ ਮਨੁੱਖ ਦੇ ਰਾਹੀਂ ਉਹ ਕੰਮ ਕਰਨਗੀਆਂ। ਉਹਨਾਂ ਨੇ ਰੁਜ਼ਗਾਰ ਥੋੜ੍ਹਾ ਪੈਦਾ ਕਰਨਾ, ਉਹਨਾਂ ਨੇ ਇਸ ਮੁਲਕ ਦੇ ਅੰਦਰ ਰੁਜ਼ਗਾਰ ਨਹੀਂ ਪੈਦਾ ਕਰਨਾ, ਉਹਨਾਂ ਨੇ ਸਿਰਫ ਤੇ ਸਿਰਫ ਮੁਨਾਫਾ ਕਮਾਉਣਾ ਹੈ। ਜਦੋਂ ਹਾਲਾਤ ਆਏ ਹੋਣ ਤਾਂ ਤੁਸੀਂ ਸਿਵਲ ਕੋਡ ਲਾਗੂ ਕਰਕੇ ਅੱਜ ਦੇਸ਼ ਦੇ ਅੰਦਰ ਇਸ ਗੱਲ ਦਾ ਸੱਦਾ ਦੇ ਰਹੇ ਹੋ ਆਮ ਘੱਟ ਗਿਣਤੀਆਂ ਨੂੰ ਕਿ ਤੁਹਾਨੂੰ ਇਸ ਧਰਤੀ ਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਤੁਸੀਂ ਆਪਦੀਆਂ ਮਾਨਤਾਵਾਂ, ਆਪਦੀਆਂ ਮਰਿਆਦਾਵਾਂ, ਆਪਦੀਆਂ ਜਿਹੜਾ ਤੁਹਾਡਾ ਸੱਭਿਆਚਾਰ ਹੈ, ਰਸਮੋ ਰਿਵਾਜ ਹੈ, ਤੁਹਾਡੇ ਗੀਤ ਨੇ, ਤੁਹਾਡੇ ਗਿੱਧੇ ਨੇ, ਤੁਹਾਡਾ ਨੱਚਣਾ ਟੱਪਣਾ, ਤੁਹਾਡਾ ਪਹਿਰਾਵਾ ਹੈ, ਤੁਸੀਂ ਕੀ ਖਾਣਾ, ਕੀ ਪਹਿਨਣਾ, ਕਿਵੇਂ ਉੱਠਣਾ, ਕਿਵੇਂ ਬੈਠਣਾ, ਕਿਵੇਂ ਤੁਹਾਡੇ ਮਰਨੇ ਦੇ ਫੰਕਸ਼ਨ ਹੋਣਗੇ, ਕਿਵੇਂ ਤੁਹਾਡੇ ਜਨਮ ਦੇ ਫੰਕਸ਼ਨ ਹੋਣਗੇ, ਕਿਵੇਂ ਤੁਸੀਂ ਜਾਇਦਾਦ ਦੀ ਵੰਡ ਕਰੋਗੇ, ਕਿਵੇਂ ਤੁਸੀਂ ਵਸੀਅਤ ਕਰੋਗੇ, ਠੀਕ ਹੈ ਨਾ, ਕਿਵੇਂ ਸਾਰੇ ਜੀਆਂ ਨੂੰ ਬਰਾਬਰ ਦਾ ਹੱਕ ਜਿਹੜਾ ਮਿਲਣਾ ਚਾਹੀਦਾ ਹੈ। ਇਹ ਸਾਰੇ ਜਿਹੜੇ ਵੱਖ-ਵੱਖ ਸੂਬਿਆਂ ਦੇ, ਵੱਖ-ਵੱਖ ਜਾਤਾਂ ਦੇ, ਵੱਖ-ਵੱਖ ਧਰਮਾਂ ਦੇ ਵੱਖ-ਵੱਖ ਮਾਨਤਾਵਾਂ ਨੇ, ਉਹਦੇ ਮੁਤਾਬਕ ਉਹ ਕੰਮ ਚਲਾਉਂਦੇ ਆ। ਹੁਣ ਹਰਿਆਣੇ ਦੇ ਅੰਦਰ ਖਾਪ ਪੰਚਾਇਤਾਂ ਦਾ ਸਿਸਟਮ ਚੱਲਦਾ। ਉਹ ਖਾਪ ਪੰਚਾਇਤਾਂ ਜਦੋਂ ਇੱਕ ਸਾਲ ਸਿਵਲ ਕੋਡ ਲਾਗੂ ਹੋਊਗਾ ਤਾਂ ਖਾਪ ਪੰਚਾਇਤਾਂ ਦਾ ਸਭ ਤੋਂ ਵੱਡਾ ਵਿਰੋਧ ਸਾਹਮਣੇ ਆਉਣਾ। ਜਦੋਂ ਆ ਕੇ ਤੁਸੀਂ ਇਹ ਇੱਥੇ ਕਹੋਗੇ ਕਿ ਸਾਰੇ ਜਿਹੜੇ ਮੈਰਿਜ ਦੇ ਸੰਬੰਧ 'ਚ, ਸ਼ਾਦੀਆਂ ਵਿਆਹਾਂ ਦੇ ਸੰਬੰਧ ਦੇ ਵਿੱਚ ਜਿਹੜਾ ਕਾਨੂੰਨ ਹੈ ਹਿੰਦੂ ਮੈਰਿਜ ਐਕਟ ਵਾਲਾ ਲਾਗੂ ਹੋਊਗਾ, ਇਹਦਾ ਮਤਲਬ ਪਾਰਸੀਆਂ ਦਾ ਜਿਹੜਾ ਮੈਰਿਜ ਐਕਟ ਹੈ, ਇਹਦਾ ਮਤਲਬ ਕ੍ਰਿਸਚਨ ਦਾ ਜਿਹੜਾ ਮੈਰਿਜ ਐਕਟ ਹੈ, ਠੀਕ ਹੈ, ਉਹਨੂੰ ਤੁਸੀਂ ਜਿਹੜਾ ਰੱਦ ਕਰੋਗੇ। ਮੁਸਲਿਮ ਜਿਹੜਾ ਮੈਰਿਜ ਐਕਟ ਹੈ, ਉਹ ਨਿਕਾਹ ਕਰਦੇ ਨੇ, ਉਹ ਆਪਣੇ ਢੰਗ ਨਾਲ ਸ਼ਾਦੀ ਵਿਆਹ ਰਚਾਉਂਦੇ ਆ, ਉਹਨਾਂ ਦੀਆਂ ਅੱਡ ਰਸਮੋ ਰਿਵਾਜ ਹੈ। ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਕਿਵੇਂ ਬੰਨ੍ਹ ਸਕੋਗੇ? ਨਹੀਂ ਜੇ ਬੰਨੋਗੇ ਤਾਂ ਇਹਦੇ ਖਿਲਾਫ ਬਗਾਵਤ ਹੋਊਗੀ, ਇਹਦੇ ਖਿਲਾਫ ਲੋਕ ਉੱਠਣਗੇ, ਕਿਉਂਕਿ ਲੋਕ ਸਦੀਆਂ ਤੋਂ ਇਹਨਾਂ ਪਰੰਪਰਾਵਾਂ ਨਾਲ, ਇਹਨਾਂ ਰਸਮਾਂ ਰਿਵਾਜਾਂ ਨਾਲ, ਇਹਨਾਂ ਮਾਨਸਿਕਤਾਵਾਂ ਨਾਲ, ਇਹ ਸੋਚ ਸਮਝ ਦੇ ਨਾਲ ਜੁੜੇ ਹੋਏ ਹੈ। ਉਹਨਾਂ ਨੂੰ ਸਮਝਾ ਬੁਝਾ ਕੇ ਤਾਂ ਤੁਸੀਂ ਇੱਧਰ ਨੂੰ ਲਿਆ ਸਕਦੇ ਹੋ, ਪਰ ਧੱਕੇ ਨਾਲ ਲਿਆਓਗੇ ਤਾਂ ਇਹ ਸਿਵਲ ਕੋਡ ਹੈ ਜਿਹੜਾ, ਇਹ ਇੱਕ ਧੱਕਾ, ਗੈਰ ਜਮਹੂਰੀ ਅਤੇ ਜਿਹੜਾ ਗੈਰ ਲੋਕ ਪੱਖੀ ਹੈ ਜਿਹੜਾ ਉਹ ਸਾਬਤ ਹੋਊਗਾ। ਜੀ, ਆਪਾਂ ਜੇ ਦੇਖੀਏ ਇਹਦੇ ਵਿੱਚ ਬੀਜੇਪੀ ਨੂੰ ਫਿਰ ਫਾਇਦਾ ਕੀ ਆ ਇਹ ਲਾਗੂ ਕਰਨ ਦੇ ਵਿੱਚ? ਜਿਵੇਂ ਆਪਾਂ ਨੂੰ ਸਾਰੇ ਇਹ ਕਹਿੰਦੇ ਵੀ ਉਹ ਪਛਾਖੜੀ ਆ, ਉਹ ਮਨੂਵਾਦੀ ਸੋਚ ਲਾਗੂ ਕਰਨਾ ਚਾਹੁੰਦੀ ਆ, ਤਾਂ ਇਹ ਲਾਗੂ ਕਰਕੇ ਜਿਹੜਾ ਇਹ ਬਿੱਲ ਆ ਯੂਨੀਫਾਰਮ ਸਿਵਲ ਕੋਡ, ਉਹਨਾਂ ਨੂੰ ਕੀ ਫਾਇਦਾ ਹੈ? ਦੇਖੋ, ਬਿਲਕੁਲ ਗੱਲ ਕਲੀਅਰ ਹੈ ਕਿ ਅਸੀਂ ਸਮਝਦੇ ਹਾਂ ਕਿ ਜਦੋਂ ਸੰਵਿਧਾਨ ਦਾ ਹਵਾਲਾ ਦੇ ਕੇ 25 ਧਾਰਾ ਦਾ ਜਾਂ ਡਾਇਰੈਕਟਿਵ ਪ੍ਰਿੰਸੀਪਲ ਦਾ ਇਹ ਕਿਹਾ ਜਾਂਦਾ ਹੈ, ਤਾਂ ਮੋਦੀ ਨੂੰ ਇਹ ਪਤਾ ਹੈ ਕਿ ਨਾਗਾਲੈਂਡ ਦੇ ਅੰਦਰ IPC ਲਾਗੂ ਨਹੀਂ ਹੁੰਦੀ। ਨਾਗਾਲੈਂਡ ਦੇ ਅੰਦਰ ਦੇਸ਼ ਦਾ ਜਿਹੜਾ ਕ੍ਰਿਮੀਨਲ ਲਾਅ ਲਾਗੂ ਨਹੀਂ ਹੁੰਦਾ। ਕਸ਼ਮੀਰ ਦੇ ਅੰਦਰ ਲਾਗੂ ਨਹੀਂ ਸੀ ਹੁੰਦਾ, ਕਸ਼ਮੀਰ ਦੇ ਅੰਦਰ ਉਹਨਾਂ ਨੇ ਤੋੜ ਦਿੱਤਾ। ਹੁਣ ਨਾਗਾਲੈਂਡ ਦੇ ਵਿੱਚ ਇਹਨਾਂ ਦੀ ਗੱਠਜੋੜ ਦੀ ਸਰਕਾਰ ਹੈ, ਉੱਥੇ ਕਿਵੇਂ ਲਾਗੂ ਕਰਨਗੇ? ਅੱਜ ਉਹਨਾਂ ਨੂੰ ਛੋੜ ਦੇਣ ਦੀ ਗੱਲ ਕਰ ਰਹੇ ਹੈ। ਇਹਦਾ ਮਤਲਬ ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਜਿਹੜਾ ਲਾ ਕਮਿਸ਼ਨ ਵੀ ਬਣਾਇਆ ਸੀ ਨਾ, ਜਿਹੜਾ ਮੋਦੀ ਹੁਕੂਮਤ ਨੇ ਬਣਾਇਆ ਸੀ 2016 ਦੇ ਅੰਦਰ, ਉਸ ਨੇ 187 ਪੇਜਾਂ ਦੀ ਰਿਪੋਰਟ ਇਹਨਾਂ ਨੂੰ ਦਿੱਤੀ ਹੈ, ਔਰ ਉਹਦੇ ਵਿੱਚ ਪੂਰਾ ਠੋਕ ਕੇ ਉਹਨੇ ਕਲੀਅਰ ਕੀਤਾ ਹੈ ਕਿ ਦੇਸ਼ ਦੇ ਹਾਲਾਤ ਅੱਜ ਇਜਾਜ਼ਤ ਨਹੀਂ ਦਿੰਦੇ ਕਿ ਤੁਸੀਂ ਇੱਕਸਾਰ ਸਿਵਲ ਕੋਡ ਹੈ ਜਿਹੜਾ ਦੇਸ਼ ਦੇ ਅੰਦਰ ਲਾਗੂ ਕਰੋ। ਜੇ ਦੇਸ਼ ਦਾ ਕਾਨੂੰਨੀ ਮਾਹਰ ਔਰ ਇਸ ਮੁੱਦੇ 'ਤੇ ਬਣਾਈ ਹੋਈ ਕਮੇਟੀ ਤੁਹਾਨੂੰ ਇਹਦੇ ਖਿਲਾਫ ਰਿਪੋਰਟ ਦਿੰਦੀ ਹੈ ਤਾਂ ਤੁਸੀਂ ਕਿਸ ਮਜਬੂਰੀ 'ਚ ਉਹਨੂੰ ਲਾਗੂ ਕਰ ਰਹੇ ਹੋ? ਇਹਦੇ 'ਚੋਂ ਸਾਫ਼ ਸਪਸ਼ਟ ਹੈ ਕਿ ਇਹਨਾਂ ਦੀ ਇਹ ਮਜਬੂਰੀ ਹੈ ਕਿ ਇਸ ਕਾਨੂੰਨ ਨੂੰ ਲਾਗੂ ਕਰਕੇ ਅਸੀਂ ਬਾਕੀ ਸਾਰੇ ਜਿਹੜੇ ਘੱਟ ਗਿਣਤੀ ਧਰਮ ਨੇ, ਜਿਹੜੀਆਂ ਜਨਜਾਤੀਆਂ ਨੇ, ਜਿਹੜੇ ਕਬੀਲੇ ਨੇ, ਜਿਹੜੇ ਛੋਟੇ ਵੱਖ-ਵੱਖ ਜੰਗਲਾਂ ਦੇ ਅੰਦਰ ਰਹਿੰਦੇ ਆਦੀਵਾਸੀ ਨੇ, ਉਹਨਾਂ ਨੂੰ ਇੱਕ ਰੱਸੇ ਦੇ ਵਿੱਚ ਦੀ, ਇੱਕ ਸੂਈ ਦੇ ਨੱਕੇ ਦੇ ਵਿੱਚ ਦੀ ਲੰਘਾਵਾਂਗੇ ਅਤੇ ਉਹਨਾਂ ਨੂੰ
ਹਿੰਦੂਆਂ ਦੀਆਂ ਮਾਨਤਾਵਾਂ ਲਾਗੂ ਕਰਨ, ਹਿੰਦੂ ਧਰਮ ਨੂੰ ਲਾਗੂ ਕਰਨ ਦੇ ਲਈ ਅਸੀਂ ਮਜਬੂਰ ਕਰਾਂਗੇ। ਹੁਣ ਇਹਦਾ ਸਪਸ਼ਟ ਉਦਾਹਰਨ ਹੈ ਤੁਹਾਡੇ ਸਾਹਮਣੇ ਕਿ ਨਵੀਂ ਸੰਸਦ ਦਾ ਉਦਘਾਟਨ ਹੋਇਆ। ਸੰਵਿਧਾਨ ਤਾਂ ਧਰਮ ਨਿਰਪੱਖਤਾ ਦੀ ਗੱਲ ਕਰਦਾ, ਉਹਦੇ 'ਚ ਕਿੱਥੇ ਦਰਜ ਹੈ ਕਿ ਤੁਸੀਂ ਹਿੰਦੂ ਰੀਤੀ ਰਿਵਾਜਾਂ ਦੇ ਮੁਤਾਬਕ ਹਿੰਦੂ ਧਰਮ ਦੇ ਸੰਤ ਸਾਧ ਸੱਦ ਕੇ ਤੁਸੀਂ ਉੱਥੇ ਲੰਬੇ ਪੈ ਕੇ ਡੰਡੌਤਾਂ ਕਰਕੇ ਤੁਸੀਂ ਜਿਹੜਾ ਤਾਮਿਲਨਾਡੂ 'ਚੋਂ ਸੈਂਗਲ ਲਿਆਂਦਾ ਹੈ, ਇੱਕ ਤਰ੍ਹਾਂ ਦਾ ਤੁਸੀਂ ਉਹ ਡੰਡਾ ਲਿਆਂਦਾ ਹੈ ਆਪਦੇ ਰਾਜ ਚਲਾਉਣ ਦਾ, ਉਹਦੀ ਤੁਸੀਂ ਪੂਜਾ ਕੀਤੀ ਹੈ। ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਇੱਥੇ ਮੁਲਕ ਦੇ ਅੰਦਰ ਹਿੰਦੂ ਧਰਮ ਹੀ ਸਥਾਪਿਤ ਹੋਊਗਾ। ਔਰ ਕਿਹਾ ਸੀ ਭਾਜਪਾ ਦੇ ਲੀਡਰਾਂ ਨੇ ਕਿਹਾ ਸੀ, ਇਹਨਾਂ ਦੇ ਨਾਗਪੁਰ ਦਾ ਜਿਹੜਾ ਮੁਖੀ ਹੈ ਮੋਹਨ ਭਾਗਵਤ, ਉਹਨੇ ਗੱਲ ਕਹੀ ਸੀ ਕਿ 800 ਸਾਲ ਬਾਅਦ ਚੰਦਰਗੁਪਤ ਮੌਰਿਆ ਤੋਂ ਬਾਅਦ ਹੁਣ ਸਾਡਾ ਜਿਹੜਾ ਰਾਜ ਹੈ ਹਿੰਦੁਸਤਾਨ ਦੇ ਵਿੱਚ ਆਇਆ ਅਤੇ ਅਸੀਂ ਇਹਨੂੰ ਕਿਉਂ ਨਹੀਂ ਕਾਇਮ ਕਰਾਂਗੇ। ਠੀਕ ਹੈ ਨਾ। ਉਹ ਜੇ ਹੁਣ ਰਾਜਨਾਥ ਡਿਫੈਂਸ ਮਿਨਿਸਟਰ ਹੈ, ਫਰਾਂਸ ਤੋਂ ਰਾਫੇਲ ਮਜਾਇਲਾ ਮੰਗਾਉਂਦਾ ਹੈ ਅਤੇ ਉਹਨਾਂ ਦੀ ਨਾਰੀਅਲ ਤੋੜ ਕੇ ਹਿੰਦੂ ਰਸਮਾਂ ਦੇ ਮੁਤਾਬਕ ਉਹਦੀ ਪੂਜਾ ਕਰਦਾ। ਤੁਸੀਂ ਵਾਰਾਣਸੀ ਦੇ ਵਿੱਚ ਜਾ ਕੇ ਪੂਜਾ ਕਰਕੇ ਉਹਨੂੰ ਸਾਰੇ ਬਰੋਡਕਾਸਟ ਕਰਦੇ ਹੋ ਟੀਵੀਜ਼ ਦੇ ਉੱਤੇ। ਠੀਕ ਹੈ। ਤੁਸੀਂ ਕੀ ਮੈਸੇਜ ਦੇ ਰਹੇ ਹੋ? ਤੁਸੀਂ ਇਹ ਮੈਸੇਜ ਦੇ ਰਹੇ ਹੋ ਕਿ ਨਾ ਇੱਥੇ ਮੁਸਲਿਮ, ਨਾ ਇੱਥੇ ਈਸਾਈ, ਨਾ ਇੱਥੇ ਸਿੱਖ, ਇਹਨਾਂ ਦੀਆਂ ਮਾਨਤਾਵਾਂ, ਇਹਨਾਂ ਦੇ ਰਸਮ ਰਿਵਾਜ, ਇਹਨਾਂ ਦੇ ਧਰਮ, ਇਹਨਾਂ ਦੀ ਸੋਚ ਸਮਝ ਇੱਥੇ ਲਾਗੂ ਨਹੀਂ ਕਰਨੀ। ਇੱਥੇ ਸਿਰਫ ਅਤੇ ਸਿਰਫ ਹਿੰਦੂ ਧਰਮ ਦੀ ਸੋਚ ਹੀ ਲਾਗੂ ਹੋਣੀ ਹੈ। ਔਰ ਇਹ ਮੈਸੇਜ ਦੇ ਕੇ, ਇਹ ਪ੍ਰਚਾਰ ਕਰਕੇ, ਇਹਦੇ ਸੰਬੰਧ 'ਚ ਪੂਰਾ ਲੋਕਾਂ ਨੂੰ ਲਾਮਬੰਦ ਕਰਕੇ ਮੋਦੀ ਹਕੂਮਤ, ਭਾਜਪਾ ਦੀ ਹਕੂਮਤ ਇਸ ਦੇਸ਼ ਦੇ ਅੰਦਰ ਹਿੰਦੂਆਂ ਦਾ ਮੈਜੋਰਟੀ ਦਾ ਵੋਟ ਬੈਂਕ ਹੈ ਜਿਹੜਾ, ਉਹਨੂੰ ਇੱਕੋ ਨੱਕੇ 'ਚ ਰੰਗਾਉਣਾ ਚਾਹੁੰਦੀ ਹੈ। ਬਾਕੀਆਂ ਦੀ ਉਹਨੂੰ ਕੋਈ ਪਰਵਾਹ ਨਹੀਂ ਹੈ। ਅੱਛਾ, ਜੇਕਰ ਆਪਾਂ ਗੱਲ ਕਰੀਏ ਜੀ ਪੰਜਾਬ ਸਰਕਾਰ ਦੀ, ਆਪ ਸਰਕਾਰ, ਉਹਦਾ ਰਵੱਈਆ ਤੁਹਾਨੂੰ ਪਤਾ ਹੀ ਹੈ ਇਹਦੇ ਬਾਰੇ, ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਗੱਲ ਸ਼ੁਰੂ ਜਦੋਂ ਪੰਜਾਬ ਤੋਂ ਕਰੀਏ ਜੀ ਇਹਦੇ ਬਾਰੇ। ਦੇਖੋ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪਿਛਲੇ ਦਿਨਾਂ 'ਚ TV 'ਤੇ ਬਿਆਨ ਦਿੱਤਾ ਹੈ, ਉਹ ਚੰਗੀ ਗੱਲ ਹੈ। ਲੱਗਦਾ ਕਿ ਉਹਨੇ ਪੰਜਾਬ ਦੇ ਲੋਕਾਂ ਦਾ ਦਬਾਅ, ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦਾ ਦਬਾਅ, ਪੰਜਾਬ ਦੇ ਮੁਸਲਿਮ ਵਰਗ ਦੀਆਂ ਜਥੇਬੰਦੀਆਂ ਦਾ ਦਬਾਅ, ਪੰਜਾਬ ਦੀਆਂ ਇਨਕਲਾਬੀ ਜਥੇਬੰਦੀਆਂ ਦਾ ਦਬਾਅ, ਆਮ ਲੋਕਾਂ ਦਾ ਦਬਾਅ ਜਿਹੜਾ ਉਹਨੇ ਕਬੂਲਿਆ। ਔਰ ਸੰਦੀਪ ਪਾਠਕ ਜਿਹੜਾ ਰਾਜ ਸਭਾ ਦਾ ਮੈਂਬਰ ਜਿਹੜਾ ਕਹਿੰਦਾ ਕਿ ਸਿਧਾਂਤਕ ਤੌਰ 'ਤੇ ਅਸੀਂ ਇਹਦੇ ਹੱਕ 'ਚ ਹਾਂ, ਠੀਕ ਹੈ, ਉਹਦੇ ਸੰਬੰਧ 'ਚ ਉਹਨੇ ਕਿਹਾ ਕਿ ਨਹੀਂ, ਇਹ ਗੁਲਦਸਤਾ ਹੈ, ਇਹ ਵੱਖ-ਵੱਖ ਰੰਗਾਂ ਦਾ ਗੁਲਦਸਤਾ ਹੈ। ਤੁਸੀਂ ਇੱਥੇ ਸੋਸ਼ਲੀ ਤਾਂ ਲੋਕਾਂ ਨੂੰ ਉਠਾਇਆ ਨਹੀਂ ਹੈ। ਜਾਣੀ ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਸਮਾਜਿਕ ਬਰਾਬਰਤਾ ਤਾਂ ਆਈ ਨਹੀਂ ਹੈ, ਅਤੇ ਤੁਸੀਂ ਕਾਨੂੰਨ ਦੀ ਬਰਾਬਰਤਾ ਕਿਵੇਂ ਲਿਆ ਸਕਦੇ ਹੋ? ਜਿਹਦੇ ਲੋਕਾਂ ਨੂੰ ਤੁਸੀਂ ਸਾਰੇ ਹੱਕ ਨਹੀਂ ਦਿੱਤੇ, ਤਾਂ ਤੁਸੀਂ ਉਹਨਾਂ ਨੂੰ ਕਿਵੇਂ ਦਬਾ ਕੇ ਕਹਿ ਸਕਦੇ ਹੋ ਕਿ ਤੁਸੀਂ ਸਾਡੇ ਮੁਤਾਬਕ ਚੱਲੋ? ਅਸਲ ਦੇ ਵਿੱਚ ਭਗਵੰਤ ਮਾਨ ਨੇ ਚਾਹੇ ਯੂ ਟਰਨ ਲਈ ਹੈ ਆਪਣੇ ਰਾਜ ਸਭਾ ਮੈਂਬਰ ਤੋਂ ਉਲਟ, ਪਰ ਅਸੀਂ ਉਮੀਦ ਕਰਾਂਗੇ ਕਿ ਭਗਵੰਤ ਮਾਨ ਆਪਣੀ ਇਸ ਗੱਲ 'ਤੇ, ਆਪਣੀ ਇਸ ਸੋਚ 'ਤੇ ਕਾਇਮ ਰਹੂਗਾ। ਨਹੀਂ ਤਾਂ ਪੰਜਾਬ ਦੇ ਅੰਦਰ ਨਹੀਂ, ਪੂਰੇ ਦੇਸ਼ ਦੇ ਅੰਦਰ, ਈਵਨ ਕੇਰਲਾ ਦੇ ਵਿੱਚ, ਤ੍ਰਿਪੁਰਾ ਦੇ ਵਿੱਚ, ਮੇਘਾਲਿਆ ਦੇ ਵਿੱਚ, ਮਿਜ਼ੋਰਮ ਦੇ ਵਿੱਚ, ਨਾਗਾਲੈਂਡ ਦੇ ਵਿੱਚ ਵੱਡੇ ਵਿਰੋਧ ਸ਼ੁਰੂ ਹੋਏ ਨੇ। ਅਤੇ ਇਸ ਮਾਮਲੇ ਦੇ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰ ਪ੍ਰੋਗਰੈਸਿਵ, ਡੈਮੋਕ੍ਰੇਟਿਕ, ਇਨਕਲਾਬੀ ਜਿਹੜੇ ਜਥੇਬੰਦੀਆਂ ਨੇ, ਉਹਨਾਂ ਨੇ ਇਸ ਇੱਕਸਾਰ ਸਿਵਲ ਕੋਡ ਨੂੰ ਲਾਗੂ ਕਰਨ ਦਾ ਡਟ ਕੇ ਵਿਰੋਧ ਕੀਤਾ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਵਿਰੋਧ ਹੋ ਰਿਹਾ ਹੈ, ਕਿਉਂਕਿ ਮਾਹਰਾਂ ਦੀ, ਬੁੱਧੀਜੀਵੀਆਂ ਨੂੰ ਦੀ ਇਹ ਸਮਝ ਹੈ ਕਿ ਇਸ ਵਿਰੋਧ ਦੇ ਕਾਰਨ ਇਹ ਹੁਣ ਵਿੰਟਰ, ਆਪਣੇ ਆਉਣ ਵਾਲੇ ਸੈਸ਼ਨ ਦੇ ਵਿੱਚ ਜਿਹੜਾ ਅਗਲੇ ਮਹੀਨੇ ਹੋਣ ਜਾ ਰਿਹਾ ਹੈ, ਉਹਦੇ ਵਿੱਚ ਸ਼ਾਇਦ ਇਹ ਬਿੱਲ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਨਾ ਲਿਆਵੇ, ਇਹ ਇਸ ਤੋਂ ਅਗਲੇ ਸੈਸ਼ਨ 'ਚ ਲਿਆਊਗਾ। ਔਰ ਅਸੀਂ ਇਹ ਸਮਝਦੇ ਹਾਂ ਕਿ ਅੱਜ ਦੇ ਇਸ ਹਾਲਾਤ ਦੇ ਅੰਦਰ, ਜਦੋਂ ਦੇਸ਼ ਵੱਖ-ਵੱਖ ਕੌਮਾਂ 'ਚ ਵੰਡਿਆ ਹੋਇਆ, ਉਹਨਾਂ ਦੀਆਂ ਕੌਮੀ ਭਾਵਨਾਵਾਂ ਨੇ, ਕੌਮੀ ਲੋੜਾਂ ਨੇ, ਕੌਮੀ ਜਜ਼ਬਾਤ ਨੇ, ਉਹ ਵੱਖ-ਵੱਖ ਕੌਮਾਂ 'ਚ ਵੰਡੇ ਹੋਏ ਲੋਕ, ਵੱਖ-ਵੱਖ ਧਰਮਾਂ 'ਚ, ਜਨਜਾਤੀਆਂ 'ਚ, ਕਬੀਲਿਆਂ 'ਚ, ਵੱਖ-ਵੱਖ ਮਰਿਆਦਾਵਾਂ 'ਚ, ਵੱਖ-ਵੱਖ ਮਾਨਤਾਵਾਂ 'ਚ ਵੰਡੇ ਹੋਏ ਲੋਕ, ਉਹ ਕਦਾਚਿਤ ਨਹੀਂ ਚਾਹੁੰਣਗੇ, ਭਾਵੇਂ ਕਿ ਇਹਨਾਂ ਨੇ ਜੈਨੀ, ਬੋਧੀ, ਸਿੱਖ ਅਜੇ ਤੱਕ ਵੀ ਹਿੰਦੂ ਮੈਰਿਜ ਐਕਟ ਦੇ ਨਾਲ ਨੱਥੀ ਕੀਤੇ ਹੋਏ ਆ, ਪਰ ਉਹ ਆਨੰਦ ਮੈਰਿਜ ਐਕਟ ਦੀ ਗੱਲ ਸਿੱਖ ਕਰਦੇ ਆ। ਮੁਸਲਮਾਨਾਂ ਦੀ ਆਪ ਦੀ ਮਾਨਤਾ ਹੈ,
ਠੀਕ ਹੈ। ਚਾਹੇ ਵੱਖ-ਵੱਖ ਧਰਮਾਂ ਦੇ ਅੰਦਰ ਪਛਾਖੜੀ ਕਦਰਾਂ ਕੀਮਤਾਂ ਹੈਗੀਆਂ ਨੇ, ਵੇਲਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਹੈਗੀਆਂ ਨੇ, ਪਰ ਅਸੀਂ ਇਹ ਸਮਝਦੇ ਹਾਂ ਕਿ ਇਸ ਮੁਲਕ ਦੇ ਅੰਦਰ ਅਗਾਂਹਵਧੂ ਸ਼ਕਤੀਆਂ ਨੂੰ, ਜਮਹੂਰੀ ਸ਼ਕਤੀਆਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ। ਇਹਨਾਂ ਦੇ ਖਿਲਾਫ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ। ਉਹਨੇ ਐਜੂਕੇਟ ਨਹੀਂ ਕਰਨਾ, ਉਹਨਾਂ ਨੇ ਲੋਕਾਂ ਦਾ ਚੇਤਨਾ ਪੱਧਰ ਉੱਚਾ ਨਹੀਂ ਚੱਕਣਾ। ਉਹਨੇ ਡੰਡੇ ਦੇ ਨਾਲ ਹਿੰਦੂ ਰਾਜ ਬਣਾਉਣਾ, ਮਨੂ ਸਮ੍ਰਿਤੀ ਲਾਗੂ ਕਰਨੀ ਹੈ, ਔਰ ਉਹੀ ਢੋਰ ਅਤੇ ਡੰਗਰ ਵਾਲਾ ਜਿਹੜਾ ਔਰਤਾਂ ਨੂੰ ਇੱਕੋ ਰੱਸੇ 'ਚ ਨੰਗਾਉਣ ਵਾਲਾ ਹੈ, ਇਸ ਮੁਲਕ ਦੇ ਅੰਦਰ ਉਹ ਸਿਸਟਮ ਉਹ ਲਾਗੂ ਕਰਨਗੇ, ਜਿਹੜਾ ਕਿ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ। ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਆਪਾਂ ਗੱਲਬਾਤ ਕੀਤੀ ਤਾਂ ਗੱਲਬਾਤ ਦੇ ਵਿੱਚੋਂ ਕਾਫੀ ਚੀਜ਼ਾਂ ਤੁਹਾਡੇ ਲਈ ਆਈਆਂ ਕਿ ਭਾਰਤ ਆ ਜਿਹੜਾ ਉਹ ਇੱਕ ਗੁਲਦਸਤਾ, ਤਾਂ ਇਹ ਗੁਲਦਸਤਾ ਕਿਵੇਂ ਰਹਿ ਸਕਦਾ, ਇਹ ਤੁਸੀਂ ਵੀ ਸੋਚਣਾ, ਸਮਾਜ ਨੂੰ ਸੋਚਣਾ ਚਾਹੀਦਾ। ਤਾਂ ਇਹ ਵੀਡੀਓ ਨੂੰ ਜ਼ਰੂਰ ਦੇਖਿਓ, ਅੱਗੇ ਜ਼ਰੂਰ ਭੇਜਿਓ, ਜੁੜੇ ਰਹੋ ਦੁਨੀਆ ਦੇ ਨਾਲ।